Hello students, how are you? Today we are going to do the last exercise of chapter 1, that is 1.4, exercise 8.4. And before starting the question, पहले आ दो terms ने ए clear कर लो, शांत दशमलव प्रसार ते अशांत दशमलव अशांत आवर्ती दशमलव प्रसार, terminating, non-terminating, repeating. ठीक है जी। फर्स्ट टर्म पहले देख ਲੈਂਦੇ ਆ। ਸ਼ਾਂਤ ਦਸ਼ਮਲਵ ਪ੍ਰਸਾਰ ਦੇ ਵਿੱਚ ਕੀ ਹੁੰਦਾ ਹੈ ਕਿ ਸਪੋਜ਼ ਤੁਹਾਨੂੰ ਕੁਝ ਨੰਬਰ ਦਿੱਤਾ ਹੋਇਆ ਹੈ ਲਾਈਕ 6251, ਠੀਕ ਹੈ। ਇਹਨੂੰ ਤੁਸੀਂ ਭਾਗ ਕਰਨਾ ਹੈ 5 ਦੇ ਨਾਲ। ਭਾਗ ਕਰ ਲਓ ਜੀ 625 ਨਾਲ 1 ਵੀ ਆ, ਠੀਕ ਹੈ ਜੀ। ਇਹ ਬਣ ਗਿਆ 6251। 5 ਦੇ ਨਾਲ ਭਾਗ ਕਰਨੀ ਆ। ਇੱਥੇ ਜਦੋਂ ਤੁਸੀਂ ਭਾਗ ਕਰੋਗੇ 5 ਏਕਮ 5 ਘਟਾਓ ਕੀਤੀ ਤੇ ਇੱਥੇ 2 ਨੀਚੇ ਆ ਗਿਆ, ਠੀਕ ਹੈ। ਫਿਰ ਆ ਗਿਆ ਜੀ 5 दूनी 10, ਫਿਰ ਘਟਾਓ ਕਰ ਦਿਓ 2 5 5 5 ਆ 25, ਘਟਾਓ ਕੀਤੀ ਜੀ ਉੱਪਰੋਂ ਤਾਰਿਆ 1 1 ਨਹੀਂ ਆਂਦਾ, ਅਸੀਂ ਆਪਣੇ ਵੱਲੋਂ 0 ਲਗਾਈ। ਇੱਥੇ ਆ ਗਿਆ ਜੀ ਪੁਆਇੰਟ, ਇੱਥੇ ਆ ਗਿਆ 5 दूनी 10, ਖਤਮ ਹੋ ਗਿਆ। ਇਹ ਤੁਹਾਡਾ ਦਸ਼ਮਲव ਤੋਂ ਬਾਅਦ 2 ਆਇਆ ਪਰ ਉੱਥੇ ਸਟਾਪ ਹੋ ਗਿਆ, ਅੱਗੇ ਨਹੀਂ ਚੱਲਿਆ, ਪੂਰਾ ਫਿਨਿਸ਼ ਹੋ ਗਿਆ, ਕੰਪਲੀਟ ਜਿਹੜੀ ਸਾਡੀ ਸੀਗੀ ਉਹ ਭਾਗ ਹੋ ਗਈ ਆ, ਠੀਕ ਹੈ। ਉਹਨੂੰ ਅਸੀਂ ਕਹਿਣਾ ਆ ਸ਼ਾਂਤ। ਇਹ ਕਿਹੜਾ ਪ੍ਰਸਾਰ ਸੀਗਾ? ਸ਼ਾਂਤ ਪ੍ਰਸਾਰ। ਮਤਲਬ ਕਿ ਜਿਹੜਾ ਦਸ਼ਮਲव ਤੋਂ ਬਾਅਦ ਵਾਲਾ ਪੁਆਇੰਟਸ ਨੰਬਰ ਆ ਰਹੇ ਹੈਗੇ ਆ ਉਹ ਰੁਕ ਗਏ ਆ, ਸ਼ਾਂਤ ਹੋ ਗਏ ਆ। ਔਰ ਦੂਸਰਾ ਜਿਹੜਾ ਸਾਡੇ ਕੋਲ ਹੈਗਾ ਜੀ ਅਸ਼ਾਂਤ। ਅਸ਼ਾਂਤ ਦੇ ਵਿੱਚ ਐਗਜ਼ਾਮਪਲ ਲੈ ਲੈਂਦੇ ਹਾਂ ਜੀ 1/3, ਭਾਗ ਕੀਤੀ 1 ਵਿੱਚ ਰੱਖਿਆ 3, ਹੁਣ 3 ਦੇ ਪਹਾੜੇ ਤੇ 1 ਨਹੀਂ ਆਉਂਦਾ, 0 ਲਿਆ ਆਪਣੇ ਵੱਲੋਂ, ਇੱਥੇ ਆ ਗਿਆ 0 ਪੁਆਇੰਟ, ਠੀਕ ਹੈ। ਹੁਣ ਅਸੀਂ 3 ਦੇ ਨਾਲ ਅਗਰ ਇਹਨੂੰ ਭਾਗ ਕਰਦੇ ਹਾਂ, ਇੱਥੇ ਆ ਜਾਊਗਾ ਜੀ 3 ਤੀਏ 9, ਘਟਾਓ ਕੀਤੀ 1 0 ਲਾਤਾ, 3 ਤੀਏ 9, ਘਟਾਓ ਕੀਤੀ 1 0 ਆਪਣੇ ਵੱਲੋਂ, 3 ਤੀਏ 9, ਫਿਰ 1। ਹੁਣ ਯੂ ਕੈਨ ਸੀ ਕਿ ਇੱਥੇ ਜਿਹੜਾ 3 ਆ ਬਾਰ-ਬਾਰ ਆ ਰਿਹਾ ਆ, ਖਤਮ ਨਹੀਂ ਹੋ ਰਿਹਾ, ਤਾਂ ਵਧੀ ਜਾਣਾ, ਭਾਗ ਤਾਂ ਸਾਡੀ ਖਤਮ ਹੀ ਨਹੀਂ ਹੋ ਰਹੀ। ਸੋ ਇਹਨੂੰ ਅਸੀਂ ਕਹਿੰਦੇ ਆ ਕਿ ਜਿਹੜਾ ਦਸ਼ਮਲਵ ਪ੍ਰਸਾਰ ਆ ਉਹ ਕੀ ਆ? ਅਸ਼ਾਂਤ ਆ। ਅਸ਼ਾਂਤ ਦਾ ਮਤਲਬ ਵੀ ਨਹੀਂ ਰੁਕ ਰਿਹਾ ਉਹ, ਪਰ ਆਵਰਤੀ ਆ। ਆਵਰਤੀ ਦਾ ਮਤਲਬ ਰਿਪੀਟ ਹੋਈ ਜਾ ਰਿਹਾ, ਨੰਬਰ ਸੇਮ ਆਈ ਜਾ ਰਿਹਾ ਬਾਰ, ਪਰ ਅਸ਼ਾਂਤ ਆ, ਰੁਕਣਾ ਨਹੀਂ ਆ, ਪਰ ਉਹ ਬਾਰ ਆਈ ਜਾ ਰਿਹਾ। ਕਲੀਅਰ? ਇਹਦੀ ਐਗਜ਼ਾਮਪਲ ਹੋਰ ਅਸੀਂ ਲੈ ਸਕਦੇ ਹਾਂ, ਜਿੱਦਾਂ ਕਿ ਲਿਖ ਲਓ 0.292929, ਆ ਦੇਖੋ 29 ਆਈ ਜਾ ਰਿਹਾ, ਇਹ ਵੀ ਕੀ ਆ? ਅਸ਼ਾਂਤ ਆਵਰਤੀ। ਇਹਨੂੰ ਅਸੀਂ ਇਦਾਂ ਵੀ ਲਿਖ ਸਕਦੇ 0.29 ਦਾ ਬਾਰ, ਆ ਬਾਰ ਜਿਹੜਾ ਨਾ ਉੱਪਰ ਲਾਈਨ ਇਹ ਸ਼ੋ ਕਰਦੀ ਵੀ 2 ਜਿਹੜਾ 2 ਤੇ 9 29, ਇਹ ਬਾਰ ਆਈ ਜਾ ਰਿਹਾ। ਕਲੀਅਰ? ਤੇ ਇਹਦੇ ਆ 0.33 ਨੂੰ ਅਸੀਂ ਲਿਖ ਸਕਦੇ 0.3 ਬਾਰ। ਕਲੀਅਰ? ਚਲੋ ਜੀ, ਹੁਣ ਕਰਦੇ ਹਾਂ ਇਹਦਾ ਫਸਟ ਕੁਐਸਚਨ। ਫਸਟ ਕੁਐਸਚਨ ਹੈ ਜੀ, ਸਟੇਟਮੈਂਟ ਮੈਂ ਰੀਡ ਕਰ ਦਿੰਦੀ ਤੁਹਾਡੇ ਲਈ। ਬਿਨਾਂ ਲੰਬੀ ਵੰਡ ਪ੍ਰਕਿਰਿਆ ਕਰਦਿਆਂ ਦੱਸੋ ਕਿ ਹੇਠ ਦਿੱਤੀਆਂ ਭਰਮੇਸ਼ ਸੰਖਿਆਵਾਂ ਦੇ ਦਸ਼ਮਲਵ ਪ੍ਰਸਾਰ ਸ਼ਾਂਤ ਹਨ ਜਾਂ ਅਸ਼ਾਂਤ ਆਵਰਤੀ। ਓਕੇ, ਇਹਦੇ ਵਿੱਚ ਜਿਹੜਾ ਇੰਪੋਰਟੈਂਟ ਹੈਗਾ ਕਨਸੈਪਟ ਉਹ ਤੁਸੀਂ ਯਾਦ ਰੱਖਣਾ ਕਿ ਆ ਉੱਪਰ ਵਾਲਾ ਤਾਂ ਕੀ ਹੁੰਦਾ ਹੈ? ਅੰਸ਼, ਔਰ ਨੀਚੇ ਕੀ ਹੁੰਦਾ ਹੈ ਸਾਡੇ ਕੋਲ? ਹਰ, ਠੀਕ ਹੈ। ਔਰ ਇਹਦੇ ਵਿੱਚ ਜਿਹੜਾ ਹਰ ਹੁੰਦਾ ਨਾ, ਹਰ ਦੇ ਵਿੱਚ ਸਾਡੇ ਕੋਲ ਨਾ 2 ਫੈਕਟਰ ਆਉਣੇ ਚਾਹੀਦੇ ਆ, 2 ਤੇ 5। ਜਾਂ ਤਾਂ 2 ਆਉਣਾ ਚਾਹੀਦਾ, ਜਾਂ ਤਾਂ 5, ਜਾਂ ਫਿਰ ਦੋਨੋਂ ਇਕੱਠੇ ਆ ਜਾਣ, ਠੀਕ ਹੈ ਜੀ। ਅਗਰ ਇਹਨਾਂ ਦੇ ਵਿੱਚੋਂ ਇੱਕ ਨੰਬਰ ਆਉਂਦਾ ਜਾਂ ਦੋਨੇ ਇਕੱਠੇ ਨੰਬਰ ਆ ਜਾਂਦੇ ਇੱਥੇ ਨੀਚੇ ਹਰ ਦੇ ਵਿੱਚ, ਗੁਣਨਖੰਡਾਂ ਦੇ ਵਿੱਚ, ਤਾਂ ਫਿਰ ਉਹ ਕੀ ਬਣੇਗਾ? ਸ਼ਾਂਤ, ਠੀਕ ਹੈ। ਜੇਕਰ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਵੀ ਨੰਬਰ ਨਹੀਂ ਆ ਰਿਹਾ ਹੈ, ਕੋਈ ਵੀ ਨੰਬਰ ਨਹੀਂ ਆ ਰਿਹਾ, ਤਾਂ ਫਿਰ ਉਹ ਕੀ ਬਣ ਜਾਊਗਾ? ਅਸ਼ਾਂਤ ਆਵਰਤੀ। ਕਲੀਅਰ ਹੋ ਗਈ ਜੀ ਗੱਲ? ਚਲੋ ਹੁਣ ਆ ਜਿਹੜਾ ਹੈਗਾ 3125 ਲਿਖਿਆ ਹੋਇਆ ਆ, ਪਹਿਲਾ ਕੁਐਸਚਨ ਕੀ ਹੈ ਕਿ 13/3125। ਹੁਣ ਸਾਨੂੰ ਹਰ ਤੇ ਕਨਸੈਂਟਰੇਟ ਕਰਨਾ, ਕਿਉਂਕਿ ਸਾਨੂੰ ਸਿਰਫ ਉਹਨਾਂ ਨੇ ਇਹ ਪੁੱਛਿਆ ਕਿ ਸ਼ਾਂਤ ਆ ਜਾਂ ਅਸ਼ਾਂਤ, ਇਹ ਦੱਸਣਾ ਆ। ਅਸੀਂ 3125 ਦੇ ਪਹਿਲੇ ਗੁਣਨਖੰਡ ਬਣਾ ਲੈਂਦੇ ਆ। ਕਲੀਅਰ? ਹੁਣ ਦੱਸੋ ਮੈਨੂੰ ਕਿ 3 ਤੇ ਡਿਵਾਈਡ ਹੋਊਗਾ 3125? ਜੋੜ ਕੇ ਦੇਖ ਲਓ, 3 ਜਮਾ 1 ਜਮਾ 2 ਜਮਾ 5, 5 2 7 1 8 8 3 11, 3 ਤੇ ਨਹੀਂ ਜਾਏਗਾ, ਇਹ ਜਾਏਗਾ ਜੀ 5 ਤੇ, ਠੀਕ ਹੈ। 5 ਤੇ ਤਾਂ ਜਾਣਾ ਹੀ ਜਾਣਾ, ਕਿਉਂਕਿ ਲਾਸਟ ਦੇ ਵਿੱਚ ਇਹਦੇ 5 ਆ, ਠੀਕ ਹੈ। ਹੁਣ ਤੁਸੀਂ 3100 ਵਿੱਚ ਰੱਖ ਕੇ 5 ਨਾਲ ਜੇ ਭਾਗ ਕਰੋਗੇ, ਇੱਥੇ ਆ ਜਾਊਗਾ 6 5 30, 1 ਆਇਆ, 5 दूनी 10, 2 ਤੇ ਦੈਨ 5 5 5 25, ਇੱਥੇ ਆ ਗਿਆ ਜੀ 625 ਤੁਹਾਡੇ ਕੋਲ। ਕਲੀਅਰ? ਇਹ ਤੁਸੀਂ 5 ਨਾਲ ਕਰਿਆ ਸੀ, ਫਿਰ 5 ਆ ਗਿਆ, ਫਿਰ 5 ਨਾਲ ਡਿਵਾਈਡ ਹੋ ਗਿਆ, ਇੱਥੇ ਆ ਜਾਊਗਾ ਜੀ 125, ਭਾਗ ਕਰਕੇ ਵੇਖ ਲਿਓ ਬੱਚੇ। फिर आ गया 25, देन फिर आ गया
5 ਤੇ ਫਿਰ 1। ਹੁਣ 1 2 3 4 5, ਠੀਕ ਹੈ ਜੀ। ਇੱਥੇ 13 ਬਟਾ 5 ਗੁਣਾ 5 ਗੁਣਾ 5 ਗੁਣਾ 5 ਗੁਣਾ 5, ਠੀਕ ਹੈ ਜੀ। 5 ਵਾਰੀ 5 ਆ ਗਿਆ, 13 ਬਟਾ 5 ਦੀ ਘਾਤ ਕਿੰਨੀ ਬਣ ਗਈ ਆ? 5, ਠੀਕ ਹੈ। ਤੇ ਮੈਂ ਤੁਹਾਨੂੰ ਕੀ ਕਿਹਾ ਸੀਗਾ ਕਿ ਹਰ ਦੇ ਵਿੱਚ ਜਾਂ ਤਾਂ ਇਕੱਲਾ 5 ਜਾਂ ਤਾਂ ਇਕੱਲਾ 2 ਜਾਂ ਇਕੱਠੇ, ਇਹਨਾਂ ਵਿੱਚੋਂ ਇਦਾਂ ਕੋਈ ਵੀ ਨੰਬਰ ਆਂਦਾ ਤੇ ਉਹ ਕੀ ਹੋ ਜਾਂਦਾ ਫਿਰ? ਸ਼ਾਂਤ ਪ੍ਰਸਾਰ। ਸੋ ਇਹ ਕੀ ਆ ਸਾਡੇ ਕੋਲ? ਸ਼ਾਂਤ। ਹੋ ਗਿਆ ਜੀ ਕਲੀਅਰ ਸਾਰਿਆਂ ਨੂੰ? ਠੀਕ ਹੈ। ਨੈਕਸਟ ਦੇਖੋ 17 ਬਟਾ 8, ਇੱਥੇ ਕੀ ਹੈ 17, 8 ਦੇ ਕੀ ਹੁੰਦੇ? 2 ਦੂਣੀ 4 ਦੂਣੀ 8। ਫਿਰ ਹਰ ਦੇ ਵਿੱਚ ਸਾਡੇ ਕੋਲ ਕੀ ਆ ਗਿਆ ਆ? 2 ਦੀ ਪਾਵਰ 3। ਕਲੀਅਰ। ਫਿਰ ਮੈਂ ਤੁਹਾਨੂੰ ਕੀ ਕਿਹਾ ਸੀਗਾ ਕਿ ਅਗਰ ਹਰ ਦੇ ਵਿੱਚ 2 ਜਾਂ 5 ਆਂਦਾ ਆ ਤੇ ਉਹ ਕੀ ਬਣੂਗਾ ਫਿਰ ਸਾਡੇ ਕੋਲ? ਸ਼ਾਂਤ। ਇੱਦਾਂ ਹੁਣ ਤੁਸੀਂ 455 ਤੇ ਵੀ ਗੁਣਨਖੰਡ ਬਣਾਉਣੇ ਆ, ਠੀਕ ਹੈ। ਬਣਾ ਕੇ ਦੇਖੋ ਕਿ 2 ਤੇ 5 ਆਂਦਾ, ਆਪਣੇ ਆਪ ਕਰੋ, ਇਹ ਵੀ ਆਪਣੇ ਆਪ ਕਰੋ, ਇਹ ਵੀ ਆਪਣੇ ਆਪ ਕਰੋ। ਇਹਦੇ ਵਿੱਚ ਸਿੱਧਾ ਲਿਖਿਆ ਹੀ ਹੋਇਆ ਹੈ, 2 ਤੇ 5 ਲਿਖੇ ਹੋਏ ਆ। ਇਹ ਤਾਂ ਡਾਇਰੈਕਟ ਦੇਖ ਕੇ ਤੁਸੀਂ ਕਹਿ ਸਕਦੇ ਹੋ ਕੀ ਹੈ? ਸ਼ਾਂਤ। ਇਹਦੇ ਵਿੱਚ ਵੀ 2 ਤੇ 5 ਆ ਰਿਹਾ, ਇਹ ਵੀ ਕੀ ਹੋ ਗਿਆ ਫਿਰ ਸਾਡੇ ਕੋਲ? ਸ਼ਾਂਤ, ਠੀਕ ਹੈ। ਆ ਜਿਹੜਾ 6 ਆ 15, 15 ਨੂੰ ਕੀ ਲਿਖ ਸਕਦੇ ਆ? 5 ਤੀਏ 15, 5 ਆ ਰਿਹਾ ਨਾ, ਇਹ ਵੀ ਕੀ ਹੋ ਗਿਆ ਫਿਰ ਸਾਡੇ ਕੋਲ? ਸ਼ਾਂਤ। 50, 50 ਦੇ ਵੀ ਗੁਣਨਖੰਡ ਬਣਾ ਸਕਦੇ ਤੁਸੀਂ ਈਜ਼ੀ, ਇਹ ਵੀ ਕੀ ਹੋ ਗਿਆ? ਸ਼ਾਂਤ। 210, 210 ਚ ਵੀ ਕੀ ਹੋ ਜਾਏਗਾ? ਸ਼ਾਂਤ, ਕਿਉਂਕਿ ਲਾਸਟ 0 ਆ ਰਿਹਾ, ਲਾਸਟ 0 ਆ ਰਿਹਾ। 5 ਤਾਂ ਇਹਨਾਂ 'ਚ ਆ ਹੀ ਜਾਊਗਾ, ਇਹਨਾਂ 'ਚ ਵੀ 5 ਆ ਜਾਊਗਾ, ਠੀਕ ਹੈ। ਆ 343 ਵਾਲਾ ਇੱਕ 5th ਪਾਰਟ ਜਿਹੜਾ ਨਾ, ਇਹ ਮੈਂ ਤੁਹਾਨੂੰ ਸੋਲਵ ਕਰਕੇ ਦਿਖਾ ਦਿੰਦੀ ਆ। 5th ਪਾਰਟ 29 ਬਟਾ 343 ਜੀ। ਹਾਂਜੀ 343 ਦੇ ਗੁਣਨਖੰਡ ਬਣਾਉਣੇ ਆ ਆਪਾਂ, ਠੀਕ ਹੈ। ਹੁਣ 343 ਦੱਸੋ ਜੀ ਕਿਹੜੇ ਪਹਾੜੇ ਤੇ ਜਾਊਗਾ? ਆਈ ਥਿੰਕ 343 ਜਿਹੜਾ ਆ ਉਹ 7 ਤੇ ਜਾਏਗਾ। 7 ਚੌਕਾ 28, 14 ਚੋਂ 8 ਕੱਢੇ 6, 3 ਤਾਰੇ, ਸੱਤੂ ਨਾਮ 63, ਠੀਕ ਹੈ। ਇਹ 7 ਦੇ ਗਿਆ ਜੀ। ਆ ਦੇਖ ਲਓ ਹੁਣ 49 ਆ ਗਿਆ, ਫਿਰ ਆ ਗਿਆ ਸੱਤੂ 7 49, 7 ਏਕਮ 7। ਸੋ ਇੱਥੇ 343 ਦੇ ਗੁਣਨਖੰਡ ਆ ਕੇ 7 ਗੁਣਾ 7 ਗੁਣਾ 7। ਕਹਿਣ ਦਾ ਮਤਲਬ ਕਿ ਇੱਥੇ ਆ ਗਿਆ 29 ਬਟਾ 7 ਦੀ ਘਾਤ 3। ਦੇਖੋ ਜੀ ਹਰ ਦੇ ਵਿੱਚ ਨਾ ਹੀ 5 ਆਇਆ ਤੇ ਨਾ ਹੀ ਸਾਡੇ ਕੋਲ 2, ਦੋਨਾਂ ਵਿੱਚੋਂ ਕੁਝ ਵੀ ਨਹੀਂ ਆਇਆ, ਠੀਕ ਹੈ। ਦੋਨਾਂ ਵਿੱਚੋਂ 5 ਤੇ 2 ਦੇ ਵਿੱਚੋਂ ਇੱਕ ਨੰਬਰ ਤਾਂ ਆਉਣਾ ਚਾਹੀਦਾ ਸੀ ਨਾ ਐਟਲੀਸਟ। ਸੋ ਇਹ ਸਾਡੇ ਕੋਲ ਕੀ ਬਣ ਗਿਆ? ਅਸ਼ਾਂਤ ਆਵਰਤੀ। ਕਲੀਅਰ ਹੋ ਗਿਆ ਜੀ। ਬਾਕੀ ਕੁਐਸਚਨ ਬੱਚੇ ਤੁਸੀਂ ਆਪ ਕਰ ਲਿਓ, ਬਹੁਤ ਈਜ਼ੀ ਆ। ਓਕੇ ਸੈਕਿੰਡ ਕੁਐਸਚਨ ਦੇ ਵਿੱਚ ਸੇਮ ਜਿਹੜੇ ਤੁਸੀਂ ਉੱਪਰ ਕੁਐਸਚਨ ਕੀਤੇ ਆ ਨਾ, ਜਿਹੜੇ ਨੰਬਰ 1 ਦੇ ਵਿੱਚ ਆਏ ਉਹੀ ਅਸੀਂ ਕਰਨੇ ਆ। ਬਸ ਉਹਨਾਂ ਨੇ ਇਹ ਕਿਹਾ ਕਿ ਜਿਨ੍ਹਾਂ ਦੇ ਉੱਪਰ ਸ਼ਾਂਤ ਲਿਖਿਆ ਹੋਇਆ ਨਾ ਉਹਨਾਂ ਦਾ ਦਸ਼ਮਲਵ ਪੁਆਇੰਟ ਕੱਢ ਕੇ ਦੱਸੋ ਕਿੰਨਾ। ਜਿੱਦਾਂ ਪਹਿਲਾ ਸਵਾਲ ਮੈਂ ਤੁਹਾਨੂੰ ਕੱਢਿਆ ਸੀਗਾ ਨਾ ਕਿ ਮੈਂ ਕਿਹਾ ਸੀਗਾ ਉਹ ਸ਼ਾਂਤ ਆ, ਠੀਕ ਹੈ। ਤੇ ਉਹ ਸ਼ਾਂਤ ਕਿੱਦਾਂ ਆਇਆ ਸੀਗਾ? 13 ਬਟਾ ਉਹਦੇ ਵਿੱਚ 5 ਦੀ ਘਾਤ 5 ਆਈ ਸੀ, ਹੈ ਨਾ। ਤਾਂ ਉਹ ਅਸੀਂ ਲਿਖਿਆ ਸੀਗਾ ਕਿ ਸ਼ਾਂਤ ਆ, ਕਿਉਂਕਿ ਹਰ ਦੇ ਵਿੱਚ 5 ਆ ਰਿਹਾ। ਜਿਹੜੇ ਸ਼ਾਂਤ ਆ ਨਾ ਕਹਿੰਦੇ ਉਹਨਾਂ ਨੂੰ ਭਾਗ ਕਰਕੇ ਦੱਸੋ ਕਿ ਉਹਦਾ ਪੁਆਇੰਟ ਕਿੰਨੇ ਆ ਰਿਹਾ। ਮੈਂ ਭਾਗ ਕਰ ਦਿੱਤਾ ਆ। ਆ ਉੱਪਰ ਵਾਲੀ ਰਕਮ ਜਿਹੜੀ ਹੁੰਦੀ ਆ 13 ਹੈ ਨਾ, ਉਹ ਹਮੇਸ਼ਾ ਬ੍ਰੈਕਟ ਦੇ ਵਿੱਚ ਆਉਂਦੀ ਤੇ ਬਾਹਰ ਕਿੰਨਾ ਆਉਂਦੇ ਆ? ਨੀਚੇ ਵਾਲੀ ਰਕਮ। ਹੁਣ 13 ਦੇ ਨਾਲ 13 ਛੋਟੇ ਸੀਗੇ 3100 25 ਤੋਂ, ਇਸ ਕਰਕੇ ਮੈਂ ਨਾਲ ਫਿਰ 0 ਲਗਾਈਆਂ। 1 2 3 0 ਲੱਗਿਆ ਤੇ ਇੱਥੇ 0.00 ਲੱਗ ਗਿਆ। ਅੱਗੇ ਭਾਗ ਕਰ ਦਿੱਤੀ ਆ, ਭਾਗ ਕਰਕੇ ਤੁਹਾਡੇ ਕੋਲ ਆਨਸਰ ਆ ਗਿਆ। ਹੋਪ ਤੁਹਾਨੂੰ ਸਾਰਿਆਂ ਨੂੰ ਭਾਗ ਕਰਨੀ ਤਾਂ ਆਉਂਦੀ ਆ। ਓਕੇ ਤਾਂ ਭਾਗ ਕਰਕੇ ਆ ਤੁਹਾਡਾ ਪੁਆਇੰਟ 'ਚ ਆਨਸਰ ਆ ਗਿਆ। ਬਸ ਜਿਹੜੇ ਤੁਹਾਡੇ ਪਹਿਲੇ ਨੰਬਰ 1 ਦੇ ਵਿੱਚ ਸ਼ਾਂਤ ਆਏ ਉਹਨਾਂ ਸਾਰਿਆਂ ਨੂੰ ਭਾਗ ਕਰਕੇ ਇੱਦਾਂ ਪੁਆਇੰਟਸ ਦੇ ਵਿੱਚ ਆਨਸਰ ਲਿਖ ਦਿਓ। ਕਲੀਅਰ। ਹੁਣ ਆ ਗਏ ਜੀ ਕੁਐਸਚਨ ਨੰਬਰ 3 ਦੇ ਤਰਫ। ਕੁਐਸਚਨ ਨੰਬਰ 3 ਦੇ ਵਿੱਚ 3 ਤੁਹਾਨੂੰ ਦਿੱਤੇ ਹੋਏ ਆ ਪਾਰਟਸ, ਔਰ ਇਹਦੇ ਵਿੱਚ ਦੱਸਣਾ ਆ ਤੁਸੀਂ ਹਰ ਇੱਕ ਸਥਿਤੀ ਲਈ ਨਿਰਧਾਰਿਤ ਕਰੋ ਕਿ ਇਹ ਸੰਖਿਆ ਪਰਮੇਯ ਹੈ ਜਾਂ ਨਹੀਂ। ਦੱਸਣਾ ਕਿ ਪਰਮੇਯ ਸੰਖਿਆ ਹੋਏਗੀ ਕਿ ਨਹੀਂ। ਸਭ ਤੋਂ ਪਹਿਲੇ ਵਾਲੀ 'ਚ ਚੱਲਦੇ ਹਾਂ ਆਪਾਂ। ਇੱਥੇ ਦੇਖੋ ਲਿਖਿਆ ਹੋਇਆ 1 2 3 4 5 6 7 8 9, ਇਹ ਪੁਆਇੰਟ ਤੋਂ ਬਾਅਦ ਲਿਖਿਆ ਹੋਇਆ। ਖਤਮ ਹੋ ਗਿਆ, ਅੱਗੇ ਕੁਝ ਨਹੀਂ ਆ। ਅਗਰ ਡੈਸ਼ 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 ਹੁੰਦਾ ਨਾ, ਇਹਦਾ ਮਤਲਬ ਕਿ ਉਹ ਚੱਲ ਰਿਹਾ ਹੈ, ਪਰ ਇੱਥੇ ਖਤਮ ਹੋ ਗਿਆ, ਸਟਾਪ ਹੋ ਗਿਆ। ਤੁਹਾਨੂੰ ਮੈਂ ਕਿਹਾ ਸੀਗਾ ਕਿ ਪੁਆਇੰਟ ਤੋਂ ਬਾਅਦ ਦਸ਼ਮਲਵ ਤੋਂ ਬਾਅਦ ਜਦੋਂ ਰਕਮ ਅਸੀਂ ਭਾਗ ਕਰਦੇ ਹਾਂ ਤੇ ਖਤਮ ਹੋ ਜਾਂਦੀ ਆ ਤੇ ਉਹ ਕੀ ਹੁੰਦੀ ਆ ਫਿਰ? ਸ਼ਾਂਤ ਹੁੰਦੀ ਆ। ਸ਼ਾਂਤ ਦਸ਼ਮਲਵ ਹੋ ਗਿਆ ਨਾ। ਸ਼ਾਂਤ ਦਸ਼ਮਲਵ ਹਮੇਸ਼ਾ ਕੀ ਹੁੰਦਾ ਆ? ਪਰਮੇਯ ਸੰਖਿਆ। ਜਿੱਥੇ ਸ਼ਾਂਤ ਦਸ਼ਮਲਵ ਆ ਉਹ ਪਰਮੇਯ ਸੰਖਿਆ ਹੁੰਦੀ ਹੈ, ਪਰਮੇਯ ਹੋ ਗਈ। ਇਹਦੇ ਵਿੱਚ ਦੇਖੋ ਪਹਿਲੇ ਆਇਆ 1 2 0, ਫਿਰ 1 2 2 0 ਆ, 1 2 3 0 ਆ, 1 2 4 0 ਆ। ਇਹ ਦੇਖੋ
ਵਧੀ ਵੀ ਜਾ ਰਿਹਾ, ਡੈਸ਼ 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 ਪਾਇਆ ਹੋਇਆ ਨਾ, ਇਹ ਵੱਧ ਵੀ ਰਿਹਾ ਦਸ਼ਮਲਵ ਤੋਂ ਬਾਅਦ, ਅੱਗੇ ਅੱਗੇ ਵਧੀ ਜਾ ਰਿਹਾ, ਪਤਾ ਨਹੀਂ ਕਿੱਥੇ ਖਤਮ ਹੋਣਾ। ਤੇ ਰਿਪੀਟ ਵੀ ਨਹੀਂ ਹੋ ਰਿਹਾ, ਦੇਖੋ ਰਿਪੀਟ ਨਹੀਂ ਹੋ ਰਿਹਾ। ਪਹਿਲੇ ਜੇ ਤੁਸੀਂ ਇਹਨੂੰ ਇਕੱਠਾ ਕਰਕੇ ਦੇਖੋ ਤਾਂ ਇੱਥੇ 1 ਜ਼ੀਰੋ ਆਈ, ਫਿਰ 2 ਜ਼ੀਰੋ ਆਈਆਂ, ਫਿਰ 3, ਫਿਰ 4। ਰਿਪੀਟ ਹੋ ਰਿਹਾ ਨਹੀਂ। ਹੁਣ ਜਿਹੜੀ ਰਕਮ ਵੀ ਵਧੀ ਜਾ ਰਹੀ ਆ, ਠੀਕ ਹੈ, ਤੇ ਕਿੱਥੇ ਤੱਕ ਜਾਊਗੀ ਸਾਨੂੰ ਨਹੀਂ ਪਤਾ, ਠੀਕ ਹੈ। ਇਹ ਇਸ ਕਰਕੇ ਇਹਨੂੰ ਅਸੀਂ ਕਵਾਂਗੇ ਕਿ ਇਹ ਅਸ਼ਾਂਤ ਆ, ਠੀਕ ਹੈ, ਤੇ ਅਣਆਵਰਤੀ ਆ, ਅਣਆਵਰਤੀ, ਠੀਕ ਹੈ। ਨਾ ਤਾਂ ਇਹ ਰੁਕ ਰਹੀ ਹੈ, ਨਾ ਹੀ ਇਹ ਰਿਪੀਟ ਹੋ ਰਹੀ ਹੈ, ਇਸ ਕਰਕੇ ਇਹ ਕੀ ਹੋਊਗੀ, ਆਪਰਮੇय ਸੰਖਿਆ। ਕਲੀਅਰ ਜੀ। ਸੋ ਅੱਗੇ ਥਰਡ ਪਾਰਟ ਤੇ ਆ ਜਾਓ। 43 ਪੁਆਇੰਟ ਇੱਥੇ ਦੇਖੋ ਲਿਖਿਆ ਹੋਇਆ 1 2 3 4 5 6 7 8 9 ਦੇ ਉੱਪਰ ਬਾਰ। ਮੈਂ ਹੁਣੀ ਤੁਹਾਨੂੰ ਦੱਸ ਕੇ ਹਟੀ ਹਾਂ ਕਿ ਜੇਕਰ ਬਾਰ ਹੋਵੇ, ਬਾਰ ਦਾ ਮਤਲਬ ਕਿ ਇਹ ਰਕਮ ਰਿਪੀਟ ਹੋ ਰਹੀ ਆ। ਕਹਿਣ ਦਾ ਮਤਲਬ ਇਹ ਕੁਛ ਇਦਾਂ ਬਣੂਗੀ 1 2 3 4 5 6 7 8 9, ਫਿਰ ਰਿਪੀਟ ਹੋ ਗਈ 1 2 3 4 5 6 7 8 9, ਫਿਰ ਰਿਪੀਟ ਹੋ ਗਈ 1 2 3 4 5 6 7 8 9। ਮਤਲਬ ਇਦਾਂ ਇਹ ਰਿਪੀਟ ਹੋਈ ਜਾ ਰਹੀ ਹੈ, ਚੱਲੀ ਜਾ ਰਹੀ ਆ, ਠੀਕ ਹੈ। ਅਸ਼ਾਂਤ ਆ, ਮੁੱਕ ਨਹੀਂ ਰਹੀ ਆ, ਪਰ ਆਵਰਤੀ ਤਾਂ ਹੈਗੀ ਆ ਨਾ, ਕਹਿਣ ਦਾ ਮਤਲਬ ਰਿਪੀਟ ਤਾਂ ਹੋ ਰਹੀ ਆ ਨਾ, ਇਸ ਕਰਕੇ ਕੀ ਹੋਊਗੀ, ਪਰਮੇय। ਸੋ ਇੱਥੋਂ ਤੁਹਾਨੂੰ ਕਲੀਅਰ ਤਾਂ ਹੋ ਗਿਆ ਹੋਣਾ ਨਾ ਬੱਚੇ ਕਿ ਆਪਰਮੇय ਸੰਖਿਆ ਕਿਹੜੀ ਹੁੰਦੀ ਆ, ਜਿਹੜੀ ਅਸ਼ਾਂਤ ਆ ਤੇ ਅਣਆਵਰਤੀ ਆ, ਨਾ ਉਹ ਰੁਕਦੀ ਆ ਤੇ ਨਾ ਹੀ ਉਹ ਰਿਪੀਟ ਹੁੰਦੀ ਆ, ਠੀਕ ਹੈ। ਜਿਹੜੀ ਸ਼ਾਂਤ ਆ ਉਹ ਪਰਮੇय ਹੁੰਦੀ ਆ, ਤੇ ਜਿਹੜੀ ਅਸ਼ਾਂਤ ਹੋਵੇ ਪਰ ਰਿਪੀਟ ਹੋਈ ਜਾਂਦੀ ਆ, ਮੁੜ ਮੁੜ ਕੇ ਨੰਬਰ ਸੇਮ ਆਈ ਜਾਂਦੇ ਆ, ਤਾਂ ਉਹ ਵੀ ਕੀ ਹੁੰਦੀ ਆ, ਪਰਮੇय, ਠੀਕ ਹੈ। ਹੁਣ ਇਹਦੇ ਨਾਲ ਹੀ ਤੁਹਾਡਾ ਫਸਟ ਚੈਪਟਰ ਜਿਹੜਾ ਜੀ ਕੰਪਲੀਟ ਹੋ ਜਾਂਦਾ ਆ। ਕਲੀਅਰ। ਤੇ ਹੁਣ ਕੁਐਸਚਨਸ ਤੁਹਾਡੇ ਜਿਹੜੇ ਹੈਗੇ ਆ, ਹੋਪ ਤੁਸੀਂ ਆਪਣੀ ਨੋਟਬੁੱਕ ਤੇ ਨੋਟ ਕਰ ਰਹੇ ਹੋ, ਆਪਣੇ ਆਪ ਸੋਲਵ ਕਰ ਰਹੇ ਹੋ, ਠੀਕ ਹੈ ਜੀ। ਤੇ ਇੱਥੇ ਸਾਡਾ ਚੈਪਟਰ 1 ਖਤਮ ਹੋ ਗਿਆ, ਤੇ ਹੁਣ ਅਸੀਂ ਨੈਕਸਟ ਸਟਾਰਟ ਕਰਾਂਗੇ। ਸੋ ਇਹਦੇ ਨਾਲ ਹੀ ਆਹ ਵੀਡੀਓ ਮੈਂ ਇੱਥੇ ਹੀ ਸਟਾਪ ਕਰਦੀ ਹਾਂ। ਥੈਂਕ ਯੂ, ਬਾਏ ਐਂਡ ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ। ਥੈਂਕ ਯੂ ਵੈਰੀ ਮਚ।